ਇਹ ਮੌਕਾ ਅਸੀਂ ਕਿਹਾ ਗਵਾਇਆ ਨਾ ਜਾਵੇ, ਇਹਨਾਂ ਦੇ ਚਰਨ ਧੂੜ ਬਣੀਏ ਤਾਂ ਉੱਚ ਕਿਸਮਤ ਮਹਿਸੂਸ ਕਰਾਂਗੇ। ਔਰ 31 ਦਸੰਬਰ ਤੋਂ ਬਾਬਾ ਨਾਨਕ ਜੀ ਸਾਡੇ ਸਤਿਗੁਰਾਂ ਮਹਾਰਾਜ ਦੀ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਜੋੜਿਆਂ ਦੀ ਸੇਵਾ कर रहे हैं जी। मैंने बोला अलादीन चप्पल दी तूने? तो उसने वो बोला हाँ उसके पास चप्पल ली थी। मैंने बोला ठीक है। तो फिर आगे जाके ना अंकल जी एक ना उन अंकल जी उसको ना 500 रुपये दे रहे थे। मैंने बोला अंकल जी कोई बात नहीं, यहीं पे सब हमें चप्पल देते हैं, लेकिन कोई बात नहीं हमें पैसे मत दो, अपने आप रख लो, किसी को दे देना। तो मेरी आंटी है ना, मेरी सहेली है, उसका नाम अकलीमा है, वो मेरी सहेली है। उसकी मॉम ने ना मेरी मॉम को क्या बोला कि तुम इसको भूख लगी है, इशारे में बताया कि इसे भूख लगी है, इसके पास खाना नहीं है। मम्मी ने बोला कि होटल से खरीद के हम दे देते इन्हें खाना। तो मम्मी ने होटल से खरीदा, उन्हें दे दिया। तो उन्होंने बोला आपका बहुत बहुत धन्यवाद। मैं भी चुनती थी कबाड़ा, वो लोग चुन रहे थे, तो मैं अपनी सहेली के साथ चुन रही थी। हम सब एक कभी नहीं अलग कभी नहीं हुए, हमेशा साथ रहे, कभी जिंदगी में अलग नहीं हुआ। मैं बचपन से रहते हुए आ रही हूँ उनके पास से। हिंदू मुस्लिम सिख ईसाई आपस में सारे बहन भाई, कोई भी अलग नहीं हो सकता, सब बहन भाई हो सकते हैं। कोई भी किसी अलग अलग का बच्चा नहीं, सब एक ही माँ बाप का बच्चा है। हम लोग यहाँ पे, आप खुश हो इस बात से? हाँ। हमसे दुखी तो नहीं हो? नहीं। कैसा लगेगा जब हम लोग चले जाएंगे तो? बुरा। क्यों? ताकि यहाँ पे अच्छा लगता है। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ। ਇਸ ਵਕਤ ਸਿੰਘੂ ਬਾਰਡਰ ਤੇ ਬੈਠੇ ਹਾਂ ਤੇ ਤੁਹਾਡੇ ਨਾਲ ਜੁੜਨ ਦਾ ਮਕਸਦ ਹੈ ਕਿ ਕੁਝ ਅਜਿਹੀਆਂ ਸ਼ਖਸੀਅਤਾਂ ਦੇ ਰੂਬਰੂ ਤੁਹਾਨੂੰ ਕਰਵਾਉਣ ਲੱਗੇ ਹਾਂ ਜਿਨ੍ਹਾਂ ਨੂੰ ਮਿਲ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ। ਕਿਉਂਕਿ ਜੇ ਮੈਂ ਗੱਲ ਕਰਾਂ ਇਸ ਅੰਦੋਲਨ ਦੀ ਜਿਹੜੀ ਹਕੀਕਤ ਹੈ, ਬੜੇ ਇਲਜ਼ਾਮ ਲੱਗੇ ਨੇ, ਪਰ ਜਿਹੜੀ ਗਰਾਊਂਡ ਰਿਐਲਿਟੀ ਆ ਉਹਦੇ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਉਹ ਸ਼ਖਸੀਅਤਾਂ ਨੇ ਅਜੀਤਪਾਲ ਸਿੰਘ ਤੇ ਅੰਮ੍ਰਿਤਵੀਰ ਸਿੰਘ ਜੀ ਤੇ ਹੋਰ ਵੀ ਜਿਹੜੇ ਸੱਜਣ ਉਰੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੱਥ ਲਿਬੜੇ ਹੋਏ ਨੇ, ਲਗਾਤਾਰ ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ, ਜੋੜਿਆਂ ਨੂੰ ਸਾਫ਼ ਕਰਨ ਦੀ ਜਿਹੜੀ ਸੇਵਾ ਇੱਥੇ ਕਰ ਰਹੇ ਨੇ। ਲਗਾਤਾਰ ਜਦੋਂ ਵੀ ਲੰਘਦੇ ਆ ਇਹਨਾਂ ਦੇ ਹੱਥ ਦੇ ਵਿੱਚ ਕੋਈ ਨਾ ਕੋਈ ਜਿਹੜਾ ਜੁੱਤਾ ਚੱਪਲ ਪਕੜੀ ਹੁੰਦੀ ਆ ਉਹਨੂੰ ਸਾਫ਼ ਕਰਨ ਲੱਗੇ ਹੁੰਦੇ ਨੇ ਤੇ ਇਹਨਾਂ ਦੇ ਹੱਥ ਤੁਸੀਂ ਦੇਖ ਸਕਦੇ ਹੋ। ਤੇ ਹੋਰ ਜੇ ਮੈਂ ਖਾਸ ਗੱਲ ਦੱਸਾਂ ਕਿ ਇਹ ਸਰ ਪੋਸਟ ਗ੍ਰੈਜੂਏਟ ਨੇ, ਐਮਟੈਕ ਕੀਤੀ ਹੋਈ ਹੈ, USA ਦੀ ਜਿਹੜੀ USA ਬੇਸਡ ਕੰਪਨੀ ਦੇ ਵਿੱਚ ਨੌਕਰੀ ਕਰਦੇ ਸੀ। ਇੱਥੇ ਆਉਣ ਤੋਂ ਪਹਿਲਾਂ ਉਹ ਨੌਕਰੀ ਛੱਡ ਕੇ ਆਏ ਹੋਏ ਨੇ ਤੇ ਉਸੇ ਤਰ੍ਹਾਂ ਅੱਗੇ ਵੀ ਪੜ੍ਹੇ ਲਿਖੇ ਤੇ ਉੱਚ ਅਹੁਦਿਆਂ ਤੇ ਜਿਹੜੇ ਬੈਠੇ ਹੋਏ ਵਿਰਾਜਮਾਨ ਲੋਕ ਇੱਥੇ ਪਹੁੰਚੇ ਹੋਏ ਨੇ, ਨਿਸ਼ਕਰਮ ਭਾਵਨਾ ਦੇ ਨਾਲ ਜਿਹੜੀ ਸੇਵਾ ਕਰ ਰਹੇ ਨੇ। ਸੋ ਤੁਹਾਡੇ ਰੂਬਰੂ ਕਰਵਾਉਣਾ ਸਮਝਿਆ ਕਿ ਤੁਹਾਡੇ ਰੂਬਰੂ ਕਰਵਾਇਆ ਜਾਵੇ ਕਿਉਂਕਿ ਇਹ ਹਕੀਕਤ ਹੈ, ਇਹ ਗਰਾਊਂਡ ਰਿਐਲਿਟੀ ਹੈ। ਸਭ ਤੋਂ ਪਹਿਲਾਂ ਤਾਂ ਜੀ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜਿਹੜਾ ਤੁਸੀਂ ਆਪਣੇ ਬਾਰੇ ਦੱਸੋ ਕਿ ਕਿੱਥੋਂ ਦੇ ਹੋ, ਕੀ ਕਰਦੇ ਹੋ, ਪੇਸ਼ੇ ਵਜੋਂ ਕੀ ਕੰਮ ਕਰਦੇ ਹੋ? ਵੀਰ ਜੀ ਮੇਰਾ ਨਾਮ ਅਜੀਤਪਾਲ ਸਿੰਘ ਹੈ, ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਾਂ ਜੀ ਤੇ ਮੈਂ ਐਮਟੈਕ ਕੀਤੀ ਹੋਈ ਹੈ ਜੀ DC ਦਿੱਲੀ ਕਾਲਜ ਆਫ ਇੰਜੀਨੀਅਰਿੰਗ ਤੋਂ ਔਰ ਮੇਰੀ ਇਵੈਂਟ ਮੈਨੇਜਮੈਂਟ ਕੰਪਨੀ ਹੈ ਜੀ ਚੰਡੀਗੜ੍ਹ ਜੀ। ਜੀ ਸਰ। ਕਦੋਂ ਤੋਂ ਉਰੇ ਪਹੁੰਚੇ ਹੋਏ? ਅਸੀਂ ਵੀਰ ਜੀ 20 ਦਸੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਸੀਗੇ ਜੀ, ਇੱਕ ਜਾਗਰੂਕਤਾ ਦਾ ਲਕਸ਼ ਲੈ ਕੇ ਪੈਦਲ ਪੂਰੀ ਫੈਮਿਲੀ। ਅਸੀਂ ਆਪਣੇ 17 ਮੈਂਬਰ ਪਰਿਵਾਰ ਦੇ ਸੀਗੇ ਜੀ। ਅਸੀਂ ਪੈਦਲ ਆਏ ਸੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਔਰ 12 ਦਿਨ ਤੋਂ ਬਾਅਦ 31 ਦਸੰਬਰ ਨੂੰ ਇੱਥੇ ਅਸੀਂ ਕੁੰਡਲੀ ਸਿੰਘੂ ਬਾਰਡਰ ਪਹੁੰਚੇ ਜੀ 31 ਦਸੰਬਰ ਨੂੰ। ਔਰ ਉਹਨਾਂ ਦਿਨਾਂ 'ਚ ਆਪ ਜੀ ਨੂੰ ਯਾਦ ਹੋਏਗਾ ਬਾਰਿਸ਼ ਬੜੀ ਹੋ ਰਹੀ ਸੀਗੀ ਜੀ। 2-3 ਦਿਨ ਬਾਰਿਸ਼ ਹੋਈ, ਸਾਡੇ ਆਪਣੇ ਜੋੜੇ ਖਰਾਬ ਹੋ ਗਏ। 2 ਤਰੀਕ ਨੂੰ ਮੈਨੂੰ ਯਾਦ ਹੈ ਜੋੜੇ ਪੂਰੇ ਖਰਾਬ ਸੀਗੇ, ਮਨ ਕਰਿਆ ਕਿ ਧੋਣੇ ਚਾਹੀਦੇ ਆ, ਹਿੰਮਤ ਨਹੀਂ ਪਈ। 3 ਤਰੀਕ ਆ ਗਈ, 2-3 ਦਿਨ ਐਵੇਂ ਅਸੀਂ ਲੰਘਾ ਦਿੱਤੇ। ਫਿਰ ਇੱਥੋਂ ਇੱਕ ਮਹਿਸੂਸ ਹੋਇਆ ਕਿ ਸੰਗਤਾਂ ਦੇ ਕਿਉਂ ਨਾ ਜੋੜੇ ਸਾਫ਼ ਕੀਤੇ ਜਾਣੇ ਨਾ। ਯੋਧਿਆਂ ਕੋਲ ਵਕਤ ਦੇਖੋ, ਸਾਰਾ ਦਿਨ ਅੰਦੋਲਨ 'ਚ ਬਿਜ਼ੀ ਹੁੰਦੇ, ਸਵੇਰੇ ਨਹਾ ਧੋ ਕੇ ਸਤਿਗੁਰ ਦੀ ਬਾਣੀ ਪੜ੍ਹ ਕੇ ਭਾਈ ਸਾਹਿਬ ਇਹ ਇੱਥੇ ਅੰਦੋਲਨ 'ਚ ਸਟੇਜ 'ਤੇ ਆ ਕੇ ਬੈਠ ਜਾਂਦੇ ਨੇ ਤੇ ਇਹ ਮੌਕਾ ਅਸੀਂ ਕਿਹਾ ਗਵਾਇਆ ਨਾ ਜਾਵੇ, ਇਹਨਾਂ ਦੇ ਚਰਨ ਧੂੜ ਬਣੀਏ ਤਾਂ ਉੱਚ ਕਿਸਮਤ ਮਹਿਸੂਸ ਕਰਾਂਗੇ। ਔਰ 31 ਦਸੰਬਰ ਤੋਂ ਬਾਬਾ ਨਾਨਕ ਜੀ ਸਾਡੇ ਸਤਿਗੁਰਾਂ ਮਹਾਰਾਜ ਦੀ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਜੋੜਿਆਂ ਦੀ ਸੇਵਾ ਕਰ ਰਹੇ ਹਾਂ ਜੀ।
ਇਵੈਂਟ ਮੈਨੇਜਮੈਂਟ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਤਾਂ ਬਹੁਤ ਤਕੜਾ ਜਿਹੜਾ ਇਵੈਂਟ ਹੋ ਰਿਹਾ ਹੈ, ਸੋ ਉਹ ਮੈਨੇਜ ਕਰਨ ਦੀ ਬਜਾਏ ਇਹ ਸੇਵਾ ਕਿਉਂ ਜ਼ਰੂਰੀ ਸਮਝੀ? ਵੀਰ ਜੀ ਮੇਰੀ ਖੁਦ ਦੀ ਆਪਣੀ ਇਵੈਂਟ ਮੈਨੇਜਮੈਂਟ ਕੰਪਨੀ ਹੈ ਜੀ। ਤੁਸੀਂ ਜੋ ਇਹ ਗੱਲ ਕਹੀ ਕਿ ਐਡਾ ਵੱਡਾ ਇਵੈਂਟ ਮੈਨੇਜ ਕਰਨ ਦੀ ਬਜਾਏ ਜੋੜੇ ਸਾਫ਼ ਕਰ ਰਹੇ ਹਾਂ ਜੀ। ਵੀਰ ਜੀ ਕਿਸੇ ਨੇ ਨਾ ਬਹੁਤ ਪਿਆਰਾ ਕਿਹਾ ਸੀਗਾ, ਉਹਨਾਂ ਨੇ ਕਿਹਾ ਜੇ ਕਦੇ ਕੋਈ ਦੁੱਖ ਤਕਲੀਫ ਹੋਵੇ ਨਾ ਜੀ, ਜਵਾਬ ਨਾ ਦਿਓ। ਜੇ ਤੁਹਾਨੂੰ ਕੋਈ ਮਾੜਾ ਵੀ ਕਹੇ ਕਦੀ ਜਵਾਬ ਨਹੀਂ ਦੇਣਾ ਚਾਹੀਦਾ। ਕਿਉਂ? ਦੋ ਗੱਲਾਂ ਨੇ, ਅਗਰ ਜਵਾਬ ਤੁਸੀਂ ਦੇਤਾ ਫਿਰ ਮਾਲਕ ਕਹਿੰਦਾ ਇਹਨੇ ਜਵਾਬ ਦੇਤਾ ਮੈਂ ਨਾ ਦੇਵਾਂ। ਦੇਰ ਦਵੇ ਪਰ ਜੇ ਸਤਿਗੁਰ ਜਵਾਬ ਦਵੇ ਤਾਂ ਉਹਦੇ ਜਵਾਬ 'ਚ ਤਾਕਤ ਹੈ। ਐਸੇ ਤਰੀਕੇ ਨਾਲ ਜਿਹੜਾ ਆ ਇਵੈਂਟ ਹੈ ਨਾ ਜੀ, ਇਹ ਐਕਸਕਲੂਸਿਵਲੀ ਮੈਨੇਜ ਹੋ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਦੁਆਰਾ। ਬਾਪੂ ਠੀਕ ਹੈ, ਗਲਤ ਹੈ? ਇਹਨੂੰ ਸਤਿਗੁਰ ਖੁਦ ਮੈਨੇਜ ਕਰ ਰਹੇ ਹੈ। ਇੱਥੇ ਕਿਸੇ ਮੈਨੇਜਰ ਦੀ ਤਾਕਤ ਨਹੀਂ ਹੈ ਭਾਈ ਸਾਹਿਬ। ਔਰ ਵਿਦਆਊਟ ਪਲੈਨਿੰਗ ਇਹ ਜੋ ਇਵੈਂਟ ਮੈਨੇਜਮੈਂਟ ਚੱਲ ਰਿਹਾ ਉਰੇ, ਵਿਦਆਊਟ ਪਲੈਨਿੰਗ ਥੋੜੀ ਹੈ ਜੀ। ਦੇਖੋ ਇੱਥੇ ਲੰਗਰ ਦੇਖ ਲਈਏ ਆਪਾਂ, ਕਿਸੇ ਨੇ ਲੰਗਰ ਲਾਇਆ ਹੋਇਆ ਹੈ, ਕੋਈ ਇੱਥੇ ਕੱਪੜੇ ਧੋ ਰਿਹਾ, ਕੋਈ ਜੋੜੇ ਸਾਫ਼ ਕਰ ਰਿਹਾ, ਕੋਈ ਝਾੜੂ ਲਗਾ ਰਿਹਾ। ਇਹ ਸਾਰਾ ਉਹਨਾਂ ਦੇ ਦੁਆਰਾ ਮੈਨੇਜ ਹੋ ਰਿਹਾ ਭਾਜੀ। ਔਰ ਉਹਨਾਂ ਦੀ ਮੈਨੇਜਮੈਂਟ ਤੋਂ ਬਿਹਤਰ ਕੋਈ ਮੈਨੇਜਮੈਂਟ ਨਹੀਂ ਹੈ। ਅਸੀਂ ਤਾਂ ਬੜਭਾਗੇ ਹਾਂ ਜੀ, ਅਸੀਂ ਉਹਨਾਂ ਦੀ ਮੈਨੇਜਮੈਂਟ ਦੇ ਥੱਲੇ ਆ ਸੇਵਾ ਦਾ ਮੌਕਾ ਮਿਲਿਆ ਹਰ ਇੱਕ ਨੂੰ ਭਾਈ ਸਾਹਿਬ, ਹਰ ਇੱਕ ਨੂੰ। ਔਰ ਹਰ ਇੱਕ ਆਪਣੀ ਬਹੁਤ ਬਿਹਤਰ ਸੇਵਾ ਨਿਭਾ ਰਿਹਾ ਜੀ ਇੱਥੇ ਨਾ ਭਾਜੀ। ਅਸੀਂ ਤਾਂ ਬੇਨਤੀ ਕਰਦੇ ਹਾਂ ਜੀ, ਅੱਜ ਨਾ ਭਾਜੀ ਅਗਰ ਕਿਸੇ ਨੇ ਸਾਖਸ਼ਾਤ ਸਤਿਗੁਰਾਂ ਦੇ ਦਰਸ਼ਨ ਕਰਨੇ ਇੱਥੇ ਆ ਜਾਵੇ। ਸਿਰਫ ਕੁੰਡਲੀ ਸਿੰਘੂ ਬਾਰਡਰ ਨਹੀਂ ਜੀ, ਕਿਸੇ ਬਾਰਡਰ ਗਾਜੀਪੁਰ ਚਲੇ ਜਾਓ, ਟੀਕਰੀ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਈਏ, ਇੱਥੇ ਸਤਿਗੁਰੂ ਨਾਨਕ ਆਪ ਬੈਠੇ ਹੋਏ ਆ। ਬਾਪੂ ਜੀ ਬੈਠੇ ਆ, ਆਪ ਸਤਿਗੁਰ ਬੈਠੇ ਆ ਇੱਥੇ। ਇੱਥੇ ਦੇ ਲੰਗਰ ਹੈ, ਇੱਥੇ ਪਿੱਛੇ ਪਟਿਆਲੇ ਵਾਲੇ ਬਾਬਾ ਅਮਰੀਕ ਸਿੰਘ ਹੋਣੀ ਲੰਗਰ ਲਾਇਆ ਜੀ। ਉਹ ਬਾਬਾ ਜੀ ਅਕਸਰ ਸਵੇਰੇ ਕਹਿੰਦੇ ਆ ਅਰਦਾਸ ਤੋਂ ਬਾਅਦ, ਉਹ ਕਹਿੰਦੇ ਸਤਿਗੁਰੂ ਨਾਨਕ ਜੀ ਆਪ ਖੁਦ ਲੰਗਰ ਵਰਤਾ ਰਹੇ, ਮੈਨੇਜ ਕਰ ਰਹੇ ਹੈ। ਔਰ ਭਾਜੀ ਇੱਥੇ ਸਾਰਾ ਕੁਝ ਜੋ ਹੋ ਰਿਹਾ ਉਹਨਾਂ ਦੀ ਮੈਨੇਜਮੈਂਟ ਦੇ ਅੰਡਰ ਹੋ ਰਿਹਾ। ਔਰ ਕਿਆ ਬਾਤ ਹੈ ਭਾਜੀ, ਲੰਗਰਾਂ ਦੀ ਚੀਜ਼ ਦੇਖੀਏ, ਅਗਰ ਸਾਡੀ ਮੈਨੇਜਮੈਂਟ ਹੋਵੇ ਅਸੀਂ ਕੀ ਕਰਾਂਗੇ? ਪਾਣੀ ਦੀਆਂ ਗੱਡੀਆਂ ਆਉਂਦੀਆਂ ਭਾਈ ਸਾਹਿਬ, ਆਪ ਹੈਰਾਨ ਹੋਵੋਗੇ ਵੀਰ ਜੀ। ਉਹ ਕਹਿੰਦੇ ਆ ਵੀਰ ਜੀ ਪਾਣੀ ਦੀਆਂ ਪੇਟੀਆਂ ਲੈ ਲਓ, ਉਹ ਕਹਿੰਦੇ ਜੀ ਅਗਲੇ ਲੰਗਰ 'ਚ ਦੇ ਦਿਓ, ਸਾਡੇ ਕੋਲ ਤਾਂ ਪਾਣੀ ਬਹੁਤ ਜ਼ਿਆਦਾ ਹੈ। ਤੇਲ ਦੇ ਕੈਨ ਉਹ ਆਉਂਦੇ ਆ, ਟੀਨ ਆਉਂਦੇ ਆ, ਹਰ ਚੀਜ਼ ਉਹ ਕਹਿੰਦੇ ਅੱਗੇ ਦੇ ਦਿਓ। ਭਾਜੀ ਸਤਿਗੁਰ ਦੀ ਤਾਕਤ ਨਾ ਬੇਸ਼ੁਮਾਰ ਤਾਕਤ ਚੱਲ ਰਹੀ ਹੈ ਭਾਜੀ। ਇਸ ਵਕਤ ਜੇ ਮੈਂ ਗੱਲ ਕਰਾਂ, ਕੱਪੜੇ ਲਿਬੜੇ ਹੋਏ ਨੇ, ਹੱਥ ਪੈਰ ਲਿਬੜੇ ਹੋਏ ਨੇ। ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਡੀ ਕੋਈ ਵੈਲ ਡਰੈਸਡ ਜਿਹੜੀ ਫੋਟੋ ਹੋਊਗੀ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਤੁਸੀਂ ਵੀ ਸਰ ਸਾਰੇ ਸਾਂਝੀ ਕਰੋ। ਮੈਂ ਤਾਂ ਕਹਿੰਦਾ ਭਾਜੀ, ਪਰ ਇਹ ਤੋਂ ਬਿਹਤਰ ਫੋਟੋ ਕੋਈ ਨਹੀਂ ਹੋਏਗੀ ਜੀ। ਇਸ ਤੋਂ ਬਿਹਤਰ ਇਸ ਤਰ੍ਹਾਂ ਨਹੀਂ ਹੋਏਗੀ, ਕਿਉਂਕਿ ਆ ਤਾਂ ਇਹ ਹੈ ਭਾਜੀ। ਸੋ ਇਹ ਤਸਵੀਰ ਹੈ ਇਹਨਾਂ ਦੀ। ਮੈਂ ਚਾਹੂੰਗਾ ਕਿ ਅੱਗੇ ਵੀ ਜਿਹੜੇ ਸੱਜਣ ਬੈਠੇ ਨੇ, ਅਮਰਿਤਬੀਰ ਸਿੰਘ ਜੀ, जी sir. ਤੁਹਾਡੀ ਵੀ ਕੋਈ ਤਸਵੀਰ ਦਿਖਾਓ ਵੈਲ ਡਰੈਸਡ। This was like last year when I went to Europe in Belgium. This one, this is Brussels. मैं last year ਗਿਆ ਸੀ ਉੱਥੇ, yes, in my Europe trip. ਜੀ ਤੇ ਤੁਸੀਂ ਹੁਣ ਦੀ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੱਥ ਜਿਹੜੇ ਕਾਲਸ ਦੇ ਨਾਲ ਜੋੜੇ ਸਾਫ਼ ਕਰਕੇ ਕਾਲੇ ਹੋਏ ਨੇ। ਜੀ ਸਰ। ਬਈ ਜੀ ਤੁਸੀਂ ਦੱਸਿਆ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਕਿ ਤੁਸੀਂ US ਬੇਸਡ ਕੰਪਨੀ ਦੇ ਨਾਲ ਕੰਮ ਕਰ ਰਹੇ ਸੀ। ਕੀ ਸੇਵਾ ਕਰ ਰਹੇ ਸੀ ਉਹਦੇ ਵਿੱਚ, ਤੇ ਹੁਣ ਵੀ ਉਸ ਦੇ ਨਾਲ ਅਟੈਚਡ ਹੋ ਜਾਂ ਕੀ ਹੈ? ਨਹੀਂ ਸਰ, ਮੈਂ ਜਿਸ ਤਰ੍ਹਾਂ ਭਾਜੀ ਨੇ ਕਿਹਾ, ਮੈਂ 12 ਤਰੀਕ ਨੂੰ ਆਇਆ ਸੀ ਸਰ ਇੱਥੇ। ਮੈਂ ਪਹਿਲਾਂ ਵੀ ਆ ਚੁੱਕਿਆ ਇੱਥੋਂ, ਤੇ ਮੈਂ ਚਲੇ ਜਾਂਦਾ ਸੀ ਵਾਪਸ। ਤੇ 12th ਨੂੰ ਮੈਂ ਆਇਆ, ਮੈਂ ਕੁਝ ਛੁੱਟੀ ਲੈ ਕੇ ਆਇਆ ਸੀ 4-5 ਦਿਨ ਦੀ, ਤੇ ਮੈਨੂੰ ਉਸ ਤੋਂ ਬਾਅਦ ਜਿਹੜੀ ਛੁੱਟੀ ਸੀ ਆਪਣੀ ਐਕਸਟੈਂਡ ਕਰਨੀ ਸੀ 26 ਤਰੀਕ ਤੱਕ, ਬਿਕੋਜ਼ 26 ਤਰੀਕ ਦਾ ਇਵੈਂਟ ਜੋ ਮੈਂ ਉਹ ਅਟੈਂਡ ਕਰਨਾ ਹੀ ਕਰਨਾ ਸੀ, ਬਟ ਉਹ ਐਕਸਟੈਂਡ ਨਹੀਂ ਸੀ ਹੋਈ ਛੁੱਟੀ। ਤੇ ਫਿਰ ਮੈਂ ਫਾਈਨਲੀ 13 ਨੂੰ ਆਪਣਾ ਰਿਜ਼ਾਈਨ ਕਰਕੇ ਮੈਂ ਫਾਈਨਲੀ ਇੱਥੇ ਬੈਠ ਗਿਆ ਜੀ। ਰਿਜ਼ਾਈਨ ਕਰਤਾ? ਹਾਂਜੀ ਸਰ, ਮੈਂ ਰਿਜ਼ਾਈਨ ਕਰਤਾ ਜੌਬ ਤੋਂ। ਕੁਝ ਸੋਚਿਆ ਨਹੀਂ, ਜੇ ਸੋਚਦਾ ਤਾਂ ਸ਼ਾਇਦ ਹਲੇ ਆਪਣੇ ਆਫਿਸ 'ਚ ਹੀ ਬੈਠਾ ਹੁੰਦਾ। ਜੇ ਜ਼ਿਆਦਾ ਸੋਚਦਾ, ਕਹਿੰਦੇ ਨਾ ਸੋਚ ਕੋ ਗਹਿਰਾਈ ਮੇਂ ਨਾ ਲੈ ਕੇ ਜਾਓ, ਇਰਾਦੇ ਹੀ ਕਮਜ਼ੋਰ ਪੜ ਜਾਤੇ ਹੈ। ਬਸ ਇਰਾਦਾ ਮੈਂ ਆਪਣਾ ਕਮਜ਼ੋਰ ਨਹੀਂ ਪੈਣ ਦਿੱਤਾ ਜੀ। ਫਿਰ ਬਸ ਇੱਥੋਂ ਗੁਜ਼ਰ ਰਿਹਾ ਸੀ, ਉੱਥੇ ਖੜਾ ਰਿਹਾ, ਹਿੱਲਿਆ ਨਹੀਂ ਉੱਥੋਂ 2-3 ਘੰਟੇ, ਕਿ ਇੱਥੇ ਵੀ ਦੁਨੀਆ ਵਸਦੀ ਹੈ। ਉਸ ਤੋਂ ਬਾਅਦ ਫਾਈਨਲੀ ਜਦੋਂ ਇੱਥੇ ਪਹੁੰਚਿਆ, ਫਿਰ ਮੈਨੂੰ ਅੱਗੇ ਸੱਚੀ ਦੱਸਾਂ ਮੈਂ ਇੰਨਾ ਹੀ ਹੋ ਗਿਆ ਸੀ, ਮੈਨੂੰ ਦੁਨੀਆ ਦਿਖੀ ਨਹੀਂ, ਇੱਥੇ ਹੀ ਸਭ ਕੁਝ ਮੈਨੂੰ ਮਿਲ ਗਿਆ। ਦੇਖੋ ਮੇਰਾ ਜਦੋਂ ਮੈਂ 5 ਸਾਲ ਦਾ ਸੀ, ਮੇਰੇ ਦਾਦਾ ਜੀ ਪੂਰੇ ਹੋ ਗਏ। ਦਾਦੀ ਤਾਂ ਮੈਂ ਵੇਖੀ ਨਹੀਂ, ਕਿਉਂਕਿ ਪਾਪਾ ਸਿਰਫ ਸਾਥ ਦਿੰਦੇ ਸੀ। ਲੇਕਿਨ ਆ ਬਜ਼ੁਰਗਾਂ 'ਚ ਦੇਖੋ, ਮੈਨੂੰ ਮੇਰੇ ਦਾਦਾ ਦਾਦੀ ਸਾਰੇ ਦਿਸਦੇ ਨੇ, ਨਾਨਾ ਨਾਨੀ, ਬਹੁਤ ਪਿਆਰ ਮਿਲਦਾ, ਬਹੁਤ ਜ਼ਿਆਦਾ ਸਰ। ਮੈਂ ਬਹੁਤ ਖੁਸ਼ਕਿਸਮਤ ਹਾਂ, ਆਪਣੇ ਆਪ ਨੂੰ ਮੈਂ ਬਹੁਤ ਹੈਪੀ ਸਮਝਦਾ ਕਿ ਮੈਂ ਇੱਥੇ ਸੇਵਾ ਕਰ ਰਿਹਾ। ਇਸ ਅੰਦੋਲਨ ਨਾਲ ਮੈਂ ਬਹੁਤ ਇਮੋਸ਼ਨਲੀ ਜੁੜ ਚੁੱਕਿਆ ਮੈਂ।
ਤੁਸੀਂ ਦੇਖ ਲਓ, ਚਾਹੇ ਮੈਂ ਕੋਈ ਇਦਾਂ ਨਹੀਂ ਕਿ ਡਾਇਲੌਗ ਮਾਰੀ ਜਾਣਾ, ਤੁਸੀਂ ਆ ਸਟੇਜ ਹੈ, ਇੱਥੇ ਬੈਠੇ ਆ ਅੱਜ ਕੱਲ ਪਰਸੋਂ 5 ਸਾਲ 10 ਸਾਲ ਇੱਥੇ ਹੀ ਬੈਠਾ ਹੋਊਂਗਾ ਅਸੀਂ ਦੇਖ ਰਹੇ ਹਾਂ ਲਗਾਤਾਰ। ਜੀ ਸਰ। ਮੈਂ ਗੱਲ ਕਰਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੇਰੀ ਵਾਈਫ ਹੈ ਸਰ, ਮੇਰੀ ਬੇਟੀ ਹੈ ਤੇ ਮੇਰੇ ਮਮ ਨੇ, ਪਾਪਾ ਨਹੀਂ ਹੈਗੇ ਸਰ ਮੇਰੇ ਜੀ। ਬਾਕੀ ਪਰਿਵਾਰ ਕਰੇ? ਹਾਂਜੀ ਉਹ ਕਰੇ ਹੈ ਜੀ। ਆਂਦੀ ਹੁੰਦਾ ਮੇਰੀ ਬੇਟੀ, ਹੁਣ ਤਾਂ ਚਲੋ ਨੈਟ ਨਹੀਂ ਚੱਲ ਰਿਹਾ, ਵੀਡੀਓ ਕਾਲ ਕਰਦੀ ਹੁੰਦੀ ਸੀ, ਉਹ ਦੇਖ ਲਈਦਾ ਉਹਨਾਂ ਨੂੰ। ਹੁਣ ਕਿੰਨੇ ਸਾਲ ਦੀ ਹੈ ਬੇਟੀ? ਇਜ਼ 8 ਇਅਰਸ 올ਡ ਤੇ ਉਹ ਮੈਨੂੰ ਕਹਿੰਦੀ ਹੁੰਦੀ ਹੈ ਪਾਪਾ ਤੁਸੀਂ ਕਦੋਂ ਆਓਗੇ? ਮੈਂ ਕਿਹਾ ਤੈਨੂੰ ਮਿਲਣ ਦਿਲ ਕਰਦਾ? ਕਹਿੰਦੀ ਹਾਂ। ਮੈਂ ਕਿਹਾ ਫਿਰ ਚਲ ਮੈਂ ਆ ਜਾਣਾ। ਉਹ ਫਿਰ ਅੱਗੋਂ ਕਹਿੰਦੀ ਨਹੀਂ ਪਾਪਾ ਹੁਣ ਤੁਸੀਂ ਨਹੀਂ ਆਣਾ, ਹੁਣ ਅਸੀਂ ਆਵਾਂਗੇ ਤੁਹਾਨੂੰ ਮਿਲਣ। ਉਹ ਸ਼ਾਇਦ ਕੱਲ੍ਹ ਜਾਂ ਪਰਸੋਂ ਆਉਣਗੇ ਮੈਨੂੰ ਮਿਲਣ ਵਾਸਤੇ। ਉਦੋਂ ਵੀ ਇਹੀ ਸੇਵਾ ਨਿਭਾ ਰਹੇ? ਬਾ ਇੱਥੇ ਜੀ, ਇੱਥੇ ਹੀ ਰਹਾਂਗੇ ਜੀ। ਪਹਿਲਾਂ ਉਹਨਾਂ ਨੇ ਦੇਖਿਆ ਇਹ ਸੇਵਾ ਨਿਭਾਉਂਦੇ ਹੋਏ ਤੁਹਾਨੂੰ? ਸਰ ਜਿੱਦਾਂ ਮੈਂ ਝੂਠ ਨਹੀਂ ਬੋਲਦਾ, ਸੇਵਾ ਇੰਨੀ ਲੰਬੀ ਕਦੀ ਨਹੀਂ ਹੋਈ ਮੇਰੇ ਤੋਂ। ਜਾਂਦੇ ਸੀ ਗੁਰਦੁਆਰਾ ਸਾਹਿਬ ਇੱਕ ਹਾਂਜੀ ਉਰੇ ਅੰਦੋਲਨ ਦੇ ਵਿੱਚ ਇਹ ਸੇਵਾ ਨਿਭਾਉਂਦੇ ਹੋਏ ਉਹ ਤੁਹਾਡਾ ਪਰਿਵਾਰ ਨੇ ਤੁਹਾਨੂੰ ਦੇਖਿਆ? ਉਹਨਾਂ ਨੇ ਦੇਖਿਆ ਸਰ ਮੈਨੂੰ ਟੀਵੀ ਤੇ। ਉਹ ਆਪਣੇ ਮੈਂ ਬਲਕਿ ਉਹਨੂੰ ਦੱਸਿਆ ਨਹੀਂ ਸੀ ਉਹਨਾਂ ਨੂੰ ਕਿ ਇਦਾਂ ਕੋਈ ਇੰਟਰਵਿਊ ਸਾਡੀ ਹੋਈ ਹੈ। ਔਰ ਉਹਨਾਂ ਨੇ ਆਪਣੇ ਆਪ ਹੀ ਮੈਨੂੰ ਇੱਕ ਦਿਨ ਫੋਨ ਕੀਤਾ ਤੇ ਦੇ WhatsApp ਮੀ ਦ ਪਿਕਚਰਸ ਐਂਡ ਇਵਨ ਮੇਰੇ ਕਾਫੀ ਰਿਲੇਟਿਵਸ ਬਾਹਰੋਂ, ਮੇਰੀ ਸਿਸਟਰ ਰਹਿੰਦੀ US। ਫੈਮਿਲੀ ਦਾ, ਮਿਸਿਸ ਦਾ, ਮਾਤਾ ਜੀ ਦਾ ਜਾਂ ਬੇਟੀ ਦਾ ਰਿਐਕਸ਼ਨ ਕੀ? ਸਰ ਬਹੁਤ ਪ੍ਰਾਊਡ ਫੀਲ ਹੁੰਦਾ ਮੈਨੂੰ, ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਇੱਥੇ, ਕਿਉਂਕਿ ਜੋ ਵੀ ਬਜ਼ੁਰਗ ਆਉਂਦੇ ਨਾ ਸਰ, ਇੰਨੀਆਂ ਦੁਆਵਾਂ ਮਿਲਦੀਆਂ ਨਾ, ਇੰਨੀਆਂ ਦੁਆਵਾਂ ਕਿ ਫੈਮਿਲੀ ਦਾ ਰਿਐਕਸ਼ਨ ਹੈ ਸਰ। ਫੈਮਿਲੀ ਬਹੁਤ ਖੁਸ਼ ਹੈ ਸਰ, ਸੀਰੀਅਸਲੀ। ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹਨਾਂ ਨੇ ਮੇਰੇ ਡਿਸੀਜਨ ਨੂੰ ਲਾਈਕ ਡਿਸਐਗਰੀ ਕੀਤਾ ਕਿ ਮੈਂ ਰਿਜ਼ਾਈਨ ਕਰਕੇ ਇੱਥੇ ਬੈਠ ਗਿਆ। ਨਹੀਂ, ਦੇ ਆਰ ਸੋ ਹੈਪੀ, ਦੇ ਆਈ ਫੀਲ ਪ੍ਰਾਊਡ। ਮੈਨੂੰ ਮਾਣ ਹੈ ਮੇਰੀ ਵਾਈਫ ਤੇ, ਮੇਰੇ ਮਮ ਤੇ, ਮੇਰੀ ਬੇਟੀ, ਮੇਰੀ ਸਿਸਟਰਸ। ਮੈਂ ਆਮ ਵੈਰੀ ਹੈਪੀ ਸਰ, ਬਹੁਤ ਖੁਸ਼ ਹਾਂ ਮੈਂ। ਮੇਰੀ ਫੈਮਿਲੀ ਵੱਲੋਂ ਪੂਰੀ ਸਪੋਰਟ ਹੈ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਉਹਨਾਂ ਨੇ ਖੁਦ ਹੀ ਕਿਹਾ ਕਿ ਬੇਟਾ ਹੁਣ ਉੱਥੇ ਡਟਿਆ ਰਹੀ, ਜੇ ਕਹਿ ਤਾ ਇੱਕ ਵਾਰੀ ਫਿਰ ਜ਼ਬਾਨ ਪਿੱਠ ਨਾ ਦਿਖਾਈ, ਕਹਿੰਦੇ ਜੇ ਡਟਿਆ ਫਿਰ ਡਟਿਆ ਰਹੀ। ਫਿਰ ਮੈਂ ਵੀ ਉਹਨਾਂ ਨੂੰ ਕਹਿਤਾ ਵੀ ਹੁਣ ਮੈਂ ਪਿੱਛੇ ਨਹੀਂ ਹਟਦਾ, ਹੁਣ ਤਾਂ ਮੈਂ ਡਟਿਆ ਤੇ ਇੱਥੇ ਡਟਿਆ ਰਹੂੰਗਾ ਜੀ ਮੈਂ। ਜੀ ਸਰ। ਅਜੀਤ ਸਿੰਘ ਜੀ, ਜੇ ਮੈਂ ਤੁਹਾਡੀ ਫੈਮਿਲੀ ਦੀ ਗੱਲ ਕਰਾਂ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਵੀਰ ਜੀ ਮੇਰੀ ਵਾਈਫ ਹੈ ਜੀ, ਬੇਟਾ ਹੈ, ਬੇਟੀ ਹੈ। ਆਮ ਸੋ ਸੌਰੀ ਮੈਂ ਇੰਟਰਰਪਟ ਕਰ ਰਿਹਾ। ਕਈ ਲੋਕੀ ਕਹਿੰਦੇ ਆ ਵੀ ਇੱਥੇ ਆਸ ਪੜੋਸ ਦੇ ਲੋਕ ਦੁਖੀ ਨੇ। ਇਹ ਵੀਰ ਜੀ ਇੱਥੇ ਲਾਗੇ ਹੀ ਇਹਦਾ ਬੇਟੀ ਲੋਕਲ ਹੈ। ਬੇਟਾ ਇਧਰ ਦੇਖੋ ਆਪ। ਮੇਰੀ ਪਹਿਲਾਂ ਵੀ ਇਸ ਬੇਟੀ ਨਾਲ ਮੁਲਾਕਾਤ ਹੋਈ ਹੈ, ਪਰ ਮੈਂ ਕੈਮਰੇ ਤੇ ਨਹੀਂ ਹੋਈ ਸੀ, ਉਦੋਂ ਮਨਾ ਕਰਤਾ ਸੀ। बेटा इधर देखो सपना, तुसी साढ़े हम लोग यहाँ पे, आप खुश हो इस बात से? हैं? हाँ हमसे दुखी तो नहीं हो? नहीं कैसा लगेगा जब हम लोग चले जाएंगे तो? बुरा, क्यों? ताकि यहाँ पे अच्छा लगता है। ਭਾਜੀ ਕੈਨ ਯੂ ਇਮੇਜਿਨ, ਇਹ ਕੱਲ ਮੇਰੇ ਲਈ ਨਾ ਇੱਕ ਇਹਨੂੰ ਇੱਥੇ ਮੱਥਾ ਟੇਕਿਆ ਹੋਣਾ ਇਹਨੇ, ਤੇ ਉਹ ਤੋਂ ਸੌਰੀ ਸਟੇਜ ਦੇ ਕੋਲ ਇਹਨਾਂ ਨੂੰ 2 ਕੇਲੇ ਮਿਲੇ। ਇਹ ਸਾਨੂੰ ਦੋਨੋਂ ਨੂੰ ਕੇਲੇ ਦੇ ਗਈ ਇਹ ਬੱਚੀ। ਆ ਉਹਨਾਂ ਖਾਲਿਸਤਾਨੀਆਂ ਨੂੰ ਜਿਨ੍ਹਾਂ ਨੂੰ ਆ ਖਾਲਿਸਤਾਨੀ ਜਿਹੜੇ ਬੈਠੇ ਆ ਇੱਥੇ। ਮੈਂ ਆਮ ਸੋ ਸੌਰੀ, ਮੈਂ ਮੇਰਾ ਬੇਟਾ ਹੈ ਜੀ, ਬੇਟੀ ਹੈ। ਬੇਟਾ ਮੇਰਾ 7 ਸਾਲ ਦਾ ਹੈ ਜੀ, ਬਿਟੀਆ ਮੇਰੀ 11 ਸਾਲ ਦੀ ਹੈ ਜੀ। ਤੇ ਘਰ ਦੀ ਬਹੁਤ ਸਪੋਰਟ ਹੈ। ਪਿਤਾ ਜੀ ਮੇਰੇ ਆਰਮੀ ਸੀਗੇ ਜੀ, ਸੂਬੇਦਾਰ ਮੇਜਰ ਠਾਕੁਰਦਾਸ। ਔਰ ਸਹੀ ਦਸੀਏ ਭਾਜੀ, ਉਹਨਾਂ ਨੇ ਇੱਥੇ ਤੱਕ ਕਿਹਾ ਹੈ ਕਿ ਅਗਰ ਪਿੱਠ ਦਿਖਾ ਕੇ ਵਾਪਸ ਆ ਗਿਆ ਤੇ ਘਰੇ ਨਹੀਂ ਵਾੜਾਂਗੇ। 3 ਬੇਟੇ ਹੈ, 3 ਭਰਾ ਆ ਅਸੀਂ, 2 ਹੈਗੇ ਹੈ। ਸ਼ਹੀਦ ਹੋ ਗਿਆ, ਪ੍ਰਾਊਡ ਫੀਲ ਕਰਾਂਗੇ ਸਾਰੀ ਜ਼ਿੰਦਗੀ। ਬਾਪੂ ਜੀ ਸਾਡੇ ਪਿਤਾ ਜੀ ਨੇ ਕਿਹਾ ਵੀ ਜੇ ਵਾਪਸ ਆ ਗਿਆ ਨਾ ਪਿੱਠ ਦਿਖਾ ਕੇ, ਸਾਡੇ ਘਰ ਨਾ ਬੜੀ, ਮੇਰੇ ਘਰ 'ਚ ਤੇਰੇ ਲਈ ਜਗ੍ਹਾ ਨਹੀਂ ਹੋਏਗੀ। ਤੂੰ ਉੱਥੇ ਸ਼ਹੀਦ ਹੋ ਗਿਆ, ਮੈਂ ਮਾਣ ਮਹਿਸੂਸ ਛਾਤੀ ਠੋਕ ਕੇ ਕਹਿ ਸਕਦਾ। ਔਰ ਸਾਡੇ ਕੋਲ 1 ਇੰਚ ਵੀ ਜਗ੍ਹਾ ਨਹੀਂ ਹੈ ਭਾਜੀ, ਪਰ ਪੇਟ ਹੈਗਾ ਹੈ, ਜ਼ਮੀਰ ਹੈਗੀ, ਜ਼ਮੀਨ ਬੇਸ਼ੱਕ ਨਹੀਂ ਹੈ। ਔਰ ਭਾਜੀ ਜਿੱਥੋਂ ਤੱਕ ਕਿਸੇ ਨੇ ਪੁੱਛਣਾ ਹੋਵੇ ਆ ਅੰਦੋਲਨ ਕਿਹਾ ਭਾਜੀ, ਇੱਕ ਲਾਈਨ 'ਚ ਇਹ ਅੰਦੋਲਨ ਹੈ। ਕਿਸਾਨ ਵੀਰ ਚਾਹੁੰਦੇ ਹੈ 25 ਰੁਪਏ ਕਿਲੋ ਆਟਾ ਦੇਣਾ ਜਾਂ 20 ਰੁਪਏ ਦੇਣਾ। ਸਰਕਾਰ ਕਹਿੰਦੀ ਹੈ 200 ਜਾਂ 150 ਰੁਪਇਆ ਦੇਣਾ। ਅਸੀਂ ਫੈਸਲਾ ਕਰੀਏ 20-25 ਰੁਪਏ ਲੈਣਾ ਕਿ 150-200 ਰੁਪਏ ਲੈਣਾ। ਔਰ ਭਾਜੀ ਇੱਥੇ ਅੰਮ੍ਰਿਤਵੀਰ ਹੋਣਾ ਨਾਲ ਗੱਲ ਹੋਈ, ਇੱਕ ਭੈਣ ਆਈ ਇੱਥੇ ਕੁਝ ਦਿਨ ਪਹਿਲੇ ਦੀ ਗੱਲ ਹੈ, ਲੋਕਲ ਲੈਂਦੀ ਲਾਗੇ। ਉਸ ਭੈਣ ਨੇ ਪਤਾ ਭਾਜੀ ਇਹਨਾਂ ਨੇ ਪੁੱਛਿਆ ਕਿ ਭੈਣ ਜੀ ਕਿਤੇ ਸਾਡੀ ਵਜ੍ਹਾ ਨਾਲ, ਜੋ ਇਹ ਬੇਟੀ ਨੂੰ ਪੁੱਛਿਆ ਕਿਤੇ ਦੁਖੀ ਤਾਂ ਨਹੀਂ ਸਾਤੋਂ? ਕਹਿੰਦੀ ਵੀਰ ਜੀ ਕਿੱਦਾਂ ਦੀ ਗੱਲ ਕਰਦੇ ਹੋ, ਫੈਕਟਰੀ ਜੌਬ ਕਰਦੀ ਹੈ। ਲੋਕਲ ਨਸ਼ੇੜੀ ਲੋਕ ਚੌਂਕਾਂ 'ਚ ਆ ਕੇ ਪਹਿਲੇ ਛੇੜ ਦਿੰਦੇ ਸੀ ਜਾਂ ਗਲਤ ਟੌਂਟ ਕਰਦੇ ਸੀ। ਜਦੋਂ ਦੇ ਤੁਸੀਂ ਲੋਕ ਬੈਠੇ ਹੋ ਨਾ, ਪੰਜਾਬ ਹਰਿਆਣਾ ਸਾਰੇ ਜਿਹੜੇ ਵੀ ਵੀਰ ਬੈਠੇ ਆ, ਕੋਈ ਚੌਂਕਾਂ ਤੇ ਆਉਣ ਦੀ ਹਿੰਮਤ ਨਹੀਂ ਭਾਜੀ ਕਰ ਰਿਹਾ। ਇਹ ਸਾਡੇ ਸਤਿਗੁਰਾਂ ਦੀ ਬਖਸ਼ਿਸ਼ ਹੈ ਭਾਜੀ। ਜੇ ਮੈਂ ਗੱਲ ਕਰਾਂ ਇਸ ਬੱਚੀ ਦੀ, ਮੇਰੀ ਪਹਿਲਾਂ ਵੀ ਇਸ ਬੱਚੀ ਦੇ ਨਾਲ ਮੁਲਾਕਾਤ ਹੋਈ ਸੀ। ਇਹਨੇ ਉਸ ਵਕਤ ਮੈਨੂੰ ਦੱਸਿਆ ਸੀ ਕਿ ਉਰੇ ਜਿਹੜੇ ਕਿਸਾਨ ਨੇ ਉਹ ਇਹਨੂੰ ਪੜ੍ਹਾ ਵੀ ਰਹੇ ਨੇ। ਇਹ ਮੈਨੂੰ ABC ਸੁਣਾਉਣ ਲੱਗੀ ਸੀ। खैर उस वक्त इन्हें इनकार करता सी कैमरे आगे आने तो। याद है हमारी पहले मुलाकात हुई थी? यस, कहाँ हुई थी? स्कूल में।
ऐसी है। आगे भी आप जाते हो स्कूल में? हाँ अच्छा, कौन पढ़ाता है आपको? मैम, कौन से मैम? मेरी मैम का नाम याद नहीं है मुझे। अच्छा, नहीं वो यहाँ से किसानों में से है या कोई और स्कूल है कोई? किसानों में से। तो क्या सुनाओगे, क्या पढ़ा अभी तक? अभी तक ABCD, ड्राइंग, कलर्स बनाना, हाँ कलर को मिक्स करके ऑरेंज बनाना, फेस कलर्स, हाँ ABC आती है, सुनाओ फिर। ABCD आती नहीं है, लिखने आती है। अभी तो सीखी हूँ। अभी सीख रही हो? हाँ उससे पहले स्कूल नहीं जाती थी? नहीं, हाँ आंगनवाड़ी में जाती थी। अब आंगनवाड़ी जाना क्यों छोड़ दिया? आ गए हैं ये लोग तो। अगर ये लोग जब जाएंगे आपको कैसा लगेगा? बुरा, क्योंकि ये लोग यहाँ पे रहते हैं ना, तो ये जब ये लोग चले जाते हैं ना, तो नशेड़ी यहाँ पे बहुत ज़्यादा आते हैं। ਭਾਜੀ ਨਾ ਮੈਂ ਵਿੱਚ ਇਹ ਗੱਲ ਦੱਸਣ ਲੱਗਿਆ, ਅਸੀਂ ਨਾ ਇੱਕ ਦਿਨ ਪਾਲਿਸ਼ ਲੈਣ ਚਲੇ ਗਏ, ਇਹ ਪਿੱਛੋਂ ਨਾ ਰੋਣ ਲੱਗੀ, ਸਾਨੂੰ ਕਿਸੇ ਨੇ ਦੱਸਿਆ, ਕਹਿੰਦੇ ਉਹ ਰੋ ਬਹੁਤ ਰਹੀ ਸੀ। ਔਰ ਕਿਉਂਕਿ ਸਾਡੀ ਭਾਜੀ ਅਟੈਚਮੈਂਟ ਜੁੜੀ ਹੈ, ਜਿਹੜੀ ਤੁਸੀਂ ਗੱਲ ਕਹੀ ਨਾ ਸਕੂਲ ਦੀ, ਇਹ ਬੱਚੇ ਜ਼ਿਆਦਾਤਰ ਆ ਇੱਧਰ ਉੱਧਰ ਦੇ ਬੱਚੇ ਨਾ ਇੱਥੇ ਸਾਂਝੀ ਸਾਥ ਹੈ, ਸੂਰਮੇ ਵੀਰ, ਔਰ ਉਹ ਪੜ੍ਹਾ ਰਹੇ ਨੇ, ਕਿਆ ਭੈਣਾ ਹੈ, ਔਰ ਉਹ ਫ੍ਰੀ ਆਫ ਕਾਸਟ ਪੜ੍ਹਾ ਰਹੇ, ਔਰ ਨਾਲ ਨਾ ਇੱਥੇ ਆਹੀ ਖਾਲਿਸਤਾਨੀ, ਆਹੀ ਜਿਨ੍ਹਾਂ ਨੂੰ ਆਤੰਕਵਾਦੀ ਕਹਿੰਦੇ ਨੇ, ਇਹ ਲੋਕਾਂ ਦੇ ਬੱਚਿਆਂ ਦੀਆਂ ਫੀਸਾਂ ਭਰਦੇ ਨੇ, ਇਹ ਲੋਕਾਂ ਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੇ ਨੇ। ਇੱਕ ਇੱਥੇ ਨਾਲ ਕਿਸੇ ਦਾ ਘਰ ਤੱਕ ਬਣਾਇਆ ਇਹਨਾਂ ਆਤੰਕਵਾਦੀਆਂ ਨੇ। ਇਹ ਤਾਂ ਸਤਿਗੁਰ ਦੇ ਪਿਆਰ 'ਚ ਰਹਿਣ ਵਾਲੇ। ਔਰ ਭਾਜੀ ਆ ਦੇਖੋ, ਇੱਥੋਂ ਦਿਲ ਦੀ ਗਹਿਰਾਈ ਤੋਂ ਆ ਤੁਹਾਡਾ ਛੋਟਾ ਵੀਰ, ਆ ਦਾਸ ਤੁਹਾਡਾ, ਅਸੀਂ ਤੁਹਾਡੇ ਸਾਰਿਆਂ ਦੇ ਅਤੀ ਧੰਨਵਾਦੀ ਹਾਂ। ਇਹ ਲੋਕ ਕਹਿੰਦੇ ਆ ਨਾ, ਅੱਜ ਗੋਦੀ ਮੀਡੀਆ ਨੇ ਸਿਰਾ ਕਰਤਾ ਸਾਨੂੰ ਬਦਨਾਮ ਕਰਨ 'ਚ, ਹੱਦ ਕਰਤੀ। ਅੱਜ ਕੌਣ ਖੜਿਆ? ਆ ਪੰਜਾਬੀ ਮੀਡੀਆ ਖੜਿਆ, ਸਾਡੇ ਵੀਰ ਖੜੇ। ਅਸੀਂ ਤੁਹਾਡੇ ਅਤੀ ਧੰਨਵਾਦੀ ਹਾਂ ਕਿ ਤੁਸੀਂ ਇਸ ਅੰਦੋਲਨ ਦੀ ਸੱਚਾਈ ਦਿਖਾਈ। ਤੁਹਾਡਾ ਥੈਂਕ ਯੂ ਭਾਜੀ, ਧੰਨਵਾਦ। हाँ सपना, क्या कह रहे हो, क्या बोल रहे हैं? हिंदू मुस्लिम सिख ईसाई आपस में सारे बहन भाई, कोई भी अलग नहीं हो सकता, सब बहन भाई हो सकते हैं। कोई भी किसी अलग अलग का बच्चा नहीं, सब एक ही माँ बाप का बच्चा है। आपको किसने सिखाया? ये मम्मी ने और मैम ने। मम्मी ने और मैम ने। ਮੈਮ ਉਹੀ ਜਿਹੜੀ ਆਤੰਕਵਾਦੀ। ਜੀ ਜੀ ਦੋਸਤੋ, ਜੇ ਮੈਂ ਗੱਲ ਕਰਾਂ ਜਿਹੜੀ ਸ਼ਾਇਦ ਜਿਹੜੀ ਮੈਂ ਪੋਜ਼ਿਟਿਵਿਟੀ ਫੀਲ ਕਰ ਰਿਹਾ ਜਾਂ तमाम ਇੱਥੇ ਬੈਠੇ ਲੋਕ ਉਹ ਪੋਜ਼ਿਟਿਵਿਟੀ ਫੀਲ ਕਰ ਰਹੇ ਨੇ, ਜਦੋਂ ਬੱਚੀ ਨੇ ਗੱਲ ਬੋਲੀ ਰੋਂਗਟੇ ਖੜੇ ਹੋ ਗਏ। ਸ਼ਾਇਦ ਤੁਸੀਂ ਵੀ ਉਹ ਫੀਲ ਕਰ ਪਾ ਰਹੇ ਹੋਵੋ। ਤੇ ਕੋਈ ਅਜਿਹਾ ਯੰਤਰ ਹੁੰਦਾ ਜਿਹੜੀ ਇੱਥੇ ਪੋਜ਼ਿਟਿਵਿਟੀ ਹੈ ਉਹ ਕੈਦ ਕਰਕੇ ਕੈਮਰੇ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਸਕਦੇ ਤਾਂ ਜ਼ਰੂਰ ਪਹੁੰਚਾਉਂਦੇ। ਪਰ ਇਹ ਤਸਵੀਰਾਂ ਦੇ ਰਾਹੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਦੀ ਜਿਹੜੀ ਹਕੀਕਤ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਸੋ ਹੋਰ ਵੀ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਸੇਵਾ ਨਿਭਾ ਰਹੇ ਨੇ। ਕੀ ਹਾਲ ਹੈ ਜੀ? ਠੀਕ ਠਾਕ ਜੀ। ਕੀ ਨਾਮ ਹੈ, ਕਿੱਥੋਂ ਆਏ ਹੋ, ਕੀ ਕਰਦੇ ਹੋ? ਸੁਖਵਿੰਦਰ ਸਿੰਘ, ਅੰਮ੍ਰਿਤਸਰ ਤੋਂ ਆ, ਖੇਤੀਬਾੜੀ ਕਰਦੇ ਆ, ਕਿਸਾਨ ਆ। ਤੁਸੀਂ ਕਿੰਨੇ ਟਾਈਮ ਤੋਂ ਇਹ ਸੇਵਾ ਕਰਦੇ ਹੋ? ਇਹ ਜੀ ਮੈਂ ਤੇ ਇੱਥੇ ਇਸ ਜਗ੍ਹਾ ਤੇ ਅੱਜ ਹੀ ਆਇਆ, ਪਹਿਲੀ ਦੇਣੀ ਹੈ ਜੀ। ਅੱਜ ਪਹਿਲੀ ਵਾਰ ਸੇਵਾ? ਹਾਂਜੀ ਹਾਂਜੀ। ਉਸ ਤਰ੍ਹਾਂ ਅਸੀਂ ਜਿੱਦਾਂ ਤੋਂ ਇਹ ਚਾਲੂ ਹੋਇਆ ਅੰਦੋਲਨ ਆਏ, ਉਦੋਂ ਤੋਂ ਹੀ ਸਾਡੀ ਟਰਾਲੀ ਇੱਕ ਪੱਕੀ ਇੱਥੇ ਲੱਗੀ ਆ। ਫਿਰ ਪਿੰਡ ਚਲ ਗਏ, ਹੁਣ ਫਿਰ ਆ ਗਏ ਆ। ਇਹ ਟਰਾਲੀ ਇੱਕ ਹੋਰ ਲੈ ਕੇ ਆਏ ਹੁਣ। ਜੋੜੇ ਦੀ ਸੇਵਾ ਅੱਜ ਕਰ? ਹਾਂਜੀ, ਜੋੜੇ ਸੇਵਾ ਕਰ ਰਹੇ ਆ। ਹੁਣ ਇੱਥੇ ਰਵਾਂਗੇ, ਜੋੜੇ ਸੇਵਾ ਕਰਾਂਗੇ ਜਿੰਨੇ ਦਿਨ ਰਵਾਂਗੇ। ਹਾਂਜੀ, ਜੋੜੇ ਸੇਵਾ ਕਰਨ ਤੇ ਆਏ। ਤੁਹਾਡਾ ਕੀ ਮੈਂ ਤਾਂ ਕੁਝ ਨਹੀਂ ਜੀ, ਮੈਂ ਤਾਂ ਹੁਣੇ ਆਇਆ ਜੀ, 10 ਮਿੰਟ ਹੋਏ ਮੈਨੂੰ ਤਾਂ। ਇਹੀ ਕਰਦੇ ਸੇਵਾ, ਮੈਂ ਤਾਂ ਕੁਝ ਨਹੀਂ ਕਰ ਰਿਹਾ ਜੀ, ਵੈਸੇ ਹੀ ਆ ਗਿਆ। ਮੈਂ ਤਾਂ ਸਿਰਫ 10 ਮਿੰਟ ਹੋਏ ਜੀ ਮੈਨੂੰ ਆਇਆ ਤਾਂ। ਘੰਟਾ ਤਾਂ ਮੈਨੂੰ ਨਹੀਂ, ਮੈਂ ਤਾਂ ਬੈਠਾ ਸੀਗਾ ਜੀ, ਆਪਾਂ ਪਹਿਲੇ ਜੋੜਾ ਫੜਿਆ ਜੀ ਮੈਂ ਤਾਂ। ਹਾਂਜੀ, ਮੈਂ ਕੁਝ ਨਹੀਂ ਕਰ ਰਿਹਾ, ਇਹੀ ਕਰ ਰਿਹਾ ਜੀ ਸਭ ਕੁਝ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਇਹ ਭਾਜੀ ਗੱਲ ਨਹੀਂ ਜ਼ਿਆਦਾ ਕਰ ਰਹੇ। ਅੱਜ ਕੀ ਹੋਇਆ, ਇਹ ਭਾਜੀ ਅੱਜ ਹੀ ਆਏ ਨੇ ਵੈਸੇ, ਲੇਕਿਨ ਪਹਿਲੋਂ ਕਿਤੇ ਹੋਰ ਸੇਵਾ ਕਰ ਰਹੇ ਸੀ। ਹੋਇਆ ਕਿ ਅੱਜ ਇੱਕ ਨਾ ਭਾਜੀ ਤੁਸੀਂ ਬਿਲੀਵ ਨਹੀਂ ਕਰੋਗੇ, ਇੱਕ ਬਜ਼ੁਰਗ ਨਾ ਪੈਦਲ ਆ ਰਹੇ ਸੀ ਤੇ ਉਹਨਾਂ ਦੇ ਪੈਰਾਂ 'ਚ ਜੁੱਤੀ ਨਹੀਂ ਸੀ, ਉਹਨਾਂ ਦੇ ਪੈਰਾਂ 'ਚ ਜੁੱਤੀ ਨਹੀਂ ਸੀ ਤੇ ਉਹ ਤੁਰੇ ਜਾ ਰਹੇ। ਉਹਨਾਂ ਨੇ ਆ ਕੇ ਮੈਨੂੰ ਵੀ ਨਹੀਂ ਪੁੱਛਿਆ, ਮੈਂ ਇੱਧਰ ਬਿਜ਼ੀ ਸੀ। ਇਹਨਾਂ ਨੂੰ ਆ ਕੇ ਕਹਿੰਦੇ ਬੇਟੇ ਜੁੱਤੀ ਮਿਲ ਜੂਗੀ। ਤੁਸੀਂ ਬਿਲੀਵ ਕਰੋਗੇ, ਇਹਨਾਂ ਨੇ ਆਪਣੀ ਜੁੱਤੀ ਉਹ ਬਾਬਾ ਜੀ ਨੂੰ ਦੇ ਦਿੱਤੀ। ਤੇ ਮੈਂ ਭਾਜੀ ਨੂੰ ਪਤਾ ਕੀ ਕਿਹਾ, ਮੈਂ ਕਿਹਾ ਤੁਸੀਂ ਅੱਜ ਇੱਥੇ ਪਤਾ ਕਿਉਂ ਬਿਠਾਇਆ ਤੁਹਾਨੂੰ? ਕਿਉਂਕਿ ਤੁਹਾਨੂੰ ਇਹ ਬਾਬਾ ਜੀ ਨੇ ਆਪ ਆਪਣੇ ਹੱਥੀਂ ਉਹ ਬਜ਼ੁਰਗ ਨੂੰ ਜੁੱਤੀ ਦਵਾਉਣੀ ਸੀ। ਮੈਂ ਭਾਜੀ ਨਾਲ ਅੱਖਾਂ ਭਰ ਜਾਂਦੀਆਂ ਭਾਜੀ ਇੱਥੇ ਹਰ ਰੋਜ਼। ਬਹੁਤ ਕੁਛ ਨਹੀਂ ਹੈ ਭਾਜੀ ਇਸ ਤੋਂ ਅੱਗੇ, ਮੈਂ ਸੀਰੀਅਸਲੀ ਕਹਿ ਰਿਹਾ। ਦੇਖੋ ਸਾਡੇ ਬਜ਼ੁਰਗ ਕਿੱਡੇ 85 ਇਅਰਸ ਦੀ ਏਜ ਹੈ ਇਹਨਾਂ ਦੀ। ਜਦ ਇਹ ਬੈਠੇ ਹੋਏ ਨੇ ਇੱਥੇ ਤੇ ਅਸੀਂ ਕਿੱਦਾਂ ਜਾ ਸਕਦੇ ਹਾਂ ਜੀ? ਬਾਕੀ ਦੁਨੀਆ ਦੇ ਵੇਖਿਆ ਬੜਾ ਕੁਝ ਆ,
ਇਹੋ ਜਿਹਾ ਜੋ ਦੇਖਿਆ ਇਹੋ ਜਿਹਾ ਕਦੀ ਨਹੀਂ ਵੇਖਿਆ। ਚਲੋ ਜ਼ਿੰਦਗੀ ਹਮਾਰੀ 50 ਸਾਲ ਦੀ ਹੋ ਹੀ ਗਈ ਆ, ਪਰ ਇਹੋ ਜਿਹਾ ਨਹੀਂ ਕਦੀ ਵੇਖਿਆ ਜੋ ਹੁਣ ਦੇਖ ਚੁੱਕੇ ਆ। ਹਰ ਇੱਕ ਮਾਂ ਪਿਓ ਦੀ ਸੇਵਾ ਕਰਨੀ, ਇਹ ਸਾਡੇ ਬਜ਼ੁਰਗਾਂ ਨੇ ਸਿਖਾਇਆ, ਗੁਰੂਆਂ ਨੇ ਸਿਖਾਇਆ, ਉਹ ਕਰ ਰਹੇ ਆ, ਕਰਦੇ ਰਵਾਂਗੇ ਜਿੰਨਾ ਚਿਰ ਹੈਗੇ ਆ। ਵੀਰ ਸਿੰਘ ਜੀ, ਜੇ ਮੈਂ ਗੱਲ ਕਰਾਂ ਲੈ ਕੇ ਕੀ ਜਾਓਗੇ ਇੱਥੋਂ ਜਦੋਂ ਅੰਦੋਲਨ 'ਚ ਜਾਓਗੇ? ਕਿਹੜੀਆਂ ਆਦਤਾਂ ਕੀ ਸਿੱਖ ਕੇ ਕੀ ਪੱਲੇ ਬਣ ਕੇ ਜਾਣਾ? ਸਰ ਇੱਥੋਂ ਪਿਆਰ ਮਿਲੇਗਾ ਮੈਨੂੰ, ਮੈਂ ਯਾਦਾਂ ਇੱਥੋਂ ਦੀਆਂ ਸਮੇਟ ਲੂੰਗਾ ਸਾਰੀਆਂ ਨਾਲ। ਪਰ ਮੈਨੂੰ ਬਹੁਤ ਹੁਣ ਉਹ ਹੁੰਦਾ ਕਿ ਇੱਥੋਂ ਮੈਂ ਵਾਪਸ ਸਿਰਫ ਖੁਸ਼ੀਆਂ ਬਹੁਤ ਮਿਲਣਗੀਆਂ ਇੱਥੋਂ, ਮੈਨੂੰ ਪਿਆਰ ਮਿਲੂਗਾ। ਉਹਨਾਂ ਦੇ ਬਰਥਡੇ ਤੇ ਸਪਨਾ ਨੂੰ ਯਾਦ ਕਰੇ। ਬਿਲਕੁਲ ਸਰ, ਇਹ ਤਾਂ ਬੇਟੀ ਹੈ ਸਾਡੀ, ਇਹ ਹਰ ਰੋਜ਼ ਆ ਜਾਂਦੀ ਹੈ ਜਦੋਂ ਸਾਨੂੰ ਪੁੱਛਦੀ ਆ ਕਿ ਪਾਣੀ ਪੀ ਲਓ, ਕੇਲਾ ਜੋ ਮਰਜ਼ੀ, ਕੋਈ ਚੀਜ਼ ਦੀ ਇੱਦਾਂ ਦੀ ਥੋੜ੍ਹ ਹੀ ਨਹੀਂ ਹੈ ਸਰ ਇੱਥੇ। ਬਾਕੀ ਇੱਥੇ ਸਰ ਤੋਂ ਪਿਆਰ ਹੀ ਬਹੁਤ ਮਿਲੇਗਾ, ਬਜ਼ੁਰਗਾਂ ਦਾ ਆਸ਼ੀਰਵਾਦ, ਕਰੋੜਾਂ ਰੁਪਏ ਦੇ ਸਾਰੇ ਆਸ਼ੀਰਵਾਦ ਸਾਨੂੰ ਦੇ ਜਾਂਦੇ ਨੇ, ਇੰਨੀਆਂ ਦੁਆਵਾਂ ਮਿਲਦੀਆਂ ਨੇ, ਬਸ ਪਤਾ ਨਹੀਂ ਲੱਗਦਾ ਸਰ, ਅੱਖਾਂ ਭਰ ਜਾਂਦੀਆਂ ਨੇ ਸਰ ਇੱਥੇ ਆ ਕੇ ਬੈਠ ਕੇ ਤਾਂ ਸਾਡੀਆਂ। मैंने बोला था मैं भी बोलूँगी। एक लादिन नाम का लड़का इधर ही आता है, वो भी सेवा करने, लेकिन वो इतना बड़ा, वो मेरे साइज का ही है। वो ना स्कूल में गया था, एक बार स्कूल में गया था ना, तो एक मुझसे थोड़ी सी छोटी लड़की थी, उसके पास चप्पल नहीं थे। तो अलादीन ने बोला कि बहन तेरे पास चप्पल नहीं है? उसने बोला नहीं, मेरा चप्पल चोरी कर लिया किसी ने। तो उसने अपनी चप्पल उतार के उससे दे दी, बोला कि तू अपना मेरा ले जा। तो मैंने बोला अलादीन चप्पल दी तूने? तो उसने वो बोला हाँ उसके पास चप्पल ली थी। मैंने बोला ठीक है। तो फिर आगे जाके ना अंकल जी, एक ना उन अंकल जी उसको ना 500 रुपये दे रहे थे। मैंने बोला अंकल जी कोई बात नहीं, यहीं पे सब हमें चप्पल देते हैं, लेकिन कोई बात नहीं, हमें पैसे मत दो, आपने आप रख लो, किसी को दे देना, ये बोला अलादीन ने। और कुछ सुनाओ, और कोई बात, और कोई किस्सा हुआ आपके पास? नहीं मेरे पास तो नहीं हुआ है, लेकिन मेरी मोम के साथ हुआ है। एक बार मोम जा रही थी रास्ते पे, ये होगा जब ये लोग नहीं थे, तो वहाँ पे तो एक ना उनके पास खाने नहीं थे, बहुत जोर की भूख लगी थी, बहुत लोगों से उन्होंने मांग लिया था, लेकिन उन्हें नहीं दिया था। मम्मी तो ना सुनते ना बोल पाती, तो मेरी आंटी है ना, उनने मम्मी आपके बोल पाते नहीं और ना ही सुन पाते? नहीं, तो मेरी आंटी है ना, मेरी सहेली है, उसका नाम अकलीमा है, वो मेरी सहेली है। उसकी मोम ने ना मेरी मोम को क्या बोला कि तुम इसको भूख लगी है, इशारे में बताया कि इसे भूख लगी है, इसके पास खाना नहीं है। मम्मी ने बोला कि होटल से खरीद के हम दे देते इन्हें खाना। तो मम्मी ने होटल से खरीदा, उन्हें दे दिया। तो उन्होंने बोला आपका बहुत बहुत धन्यवाद। तो मैं भी चूकती थी कबाड़ा, वो लोग चुन रहे थे, तो मैं अपनी सहेली के साथ चुन रही थी। हम सब एक कभी नहीं अलग, कभी नहीं हुए, हमेशा साथ रहे, कभी जिंदगी में अलग नहीं हुआ। मैं बचपन से रहते हुए आ रही हूँ उनके पास से। इसके पास मैं अपनी आंटी से, वो भी मुसलमान है, मम्मी की बहन बन के रह रही है जब से वो। मुसलमान और आप क्या? मैं हिंदू, वो मुसलमान। आपको ये बातें कौन सिखाता? कौन? कौन सिखाता है आपको ये बातें? हिंदू, इतनी सियानी बातें जो आप कर रहे हो, ये कौन सिखाता है आपको? हिंदू मुस्लिम सिख ईसाई। हाँ, ये मेरी मोम ने और मैम ने। आप तो बोल रहे थे आपकी मोम बोल नहीं पाते, सुन नहीं पाते। इशारे में समझाइए ना अंकल। बोल रही है कि इशारे से तो समझ में आता ही है ना। हाँ ਮੈਂ ਕਹਿੰਦਾ ਜਿਹੜੀਆਂ ਬੱਚੀ ਨੇ ਗੱਲਾਂ ਕੀਤੀਆਂ ਨੇ, ਜੇ ਸਾਡੇ ਸਿਆਸਤਦਾਨ, ਸਾਡੇ ਹੁਕਮਦਾਨ ਉਹ ਗੱਲਾਂ ਸਮਝ ਲੈਣ ਤਾਂ ਸਾਡਾ ਦੇਸ਼ ਵਰਗਾ ਕੋਈ ਦੇਸ਼ ਨਹੀਂ ਹੋਣਾ। ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਖੂਬਸੂਰਤੀ ਆ ਉਹ ਇਹੀ ਹੈ ਕਿ ਇੱਥੇ ਦੀ ਵੰਨ ਸੁਵੰਨਤਾ, ਕਿ ਇੱਥੇ ਦੇ ਜਿਹੜੇ ਭਾਈਚਾਰਕ ਸਾਂਝ ਹੈ, ਇੱਥੇ ਦੇ ਲੋਕ ਨੇ, ਜਾਤੀਆਂ, ਧਰਮ, ਉਹੀ ਇਸ ਦੇਸ਼ ਦੀ ਖੂਬਸੂਰਤੀ ਹੈ ਤੇ ਉਹੀ ਸਾਨੂੰ ਸਾਂਭਣ ਦੀ ਲੋੜ ਹੈ। ਤੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਸਭ ਤੋਂ ਪਹਿਲਾਂ ਰੱਖ ਕੇ ਅੱਗੇ ਵਧਣ ਦੀ ਲੋੜ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਆਗਿਆ ਲੈਣਾ ਤੇ ਇੱਕ ਸਵਾਲ ਤੁਹਾਡੇ ਤੇ ਛੱਡ ਕੇ ਜਾਣਾ ਹੈ ਕਿ ਇਹ ਅੰਦੋਲਨ ਕੀ ਹੈ ਤੇ ਸਾਡਾ ਦੇਸ਼ ਕੀ ਹੈ ਤੇ ਇੱਥੇ ਦੇ ਜਿਹੜੇ ਲੋਕ ਬੈਠੇ ਸੰਘਰਸ਼ ਕਰ ਰਹੇ ਨੇ ਉਹ ਕੀ ਨੇ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੇ ਸਵਾਲ ਛੱਡ ਕੇ ਜਾਣਾ, ਇਸ ਦਾ ਫੈਸਲਾ ਤੁਸੀਂ ਕਰਨਾ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਕਰਨ ਬਸਰਾ ਨੇ। ਮੈਂ ਸ਼ਸ਼ਵ ਗਰਗ।